महामारी ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ ਸੀ। ਲਾਕਡਾਊਨ ਵੀ ਜਾਰੀ ਹੈ। ਬੇਸ਼ੱਕ ਕਰਫਿਊ ਖੁੱਲ ਗਿਆ, ਕਾਰੋਬਾਰ ਦੁਕਾਨਦਾਰਾਂ ਦੇ ਚੱਲ ਰਿਹਾ, ਪਰ ਮੰਦੀ ਬਹੁਤ ਛਾਈ ਹੋਈ ਹੈ। ਪਰ ਹਜੇ ਵੀ ਕੁਝ ਐਸੇ ਕਾਰੋਬਾਰ ਨੇ ਜਿਹੜੇ ਬੰਦ ਪਏ ਆ। ਪਿਛਲੇ 2.5 ਮਹੀਨੇ ਤੋਂ ਜਿਹੜੀ ਲੋਕੇਸ਼ਨਾਂ ਬਣੀਆਂ ਹੋਈਆਂ ਪਿੰਡਾਂ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਣੀਆਂ ਹੋਈਆਂ, ਜਿੱਥੇ ਕਿ ਪ੍ਰੀ ਵੈਡਿੰਗ ਸ਼ੂਟ ਕੀਤੀ ਜਾਂਦੀ ਹੈ, ਉਹ ਕਾਰੋਬਾਰੀ ਜਿਹੜੇ ਅੱਜ ਮੰਦੀ ਝੇਲ ਰਹੇ, ਕਿਉਂਕਿ 2.5 ਮਹੀਨੇ ਤੋਂ ਉਹਨਾਂ ਦਾ ਕਾਰੋਬਾਰ ਬਿਲਕੁਲ ਬੰਦ ਹੈ। ਅਸੀਂ ਇਸ ਵਕਤ ਬਠਿੰਡਾ ਦੇ ਬੁਢਲਾਡੇ ਵਾਲਾ ਪਿੰਡ ਦੇ ਵਿੱਚ ਡ੍ਰੀਮਲੈਂਡ ਇੱਕ ਲੋਕੇਸ਼ਨ ਹੈਗੀ, ਉਹ ਜਗ੍ਹਾ ਤੇ ਮੌਜੂਦ ਆ। ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਲੋਕੇਸ਼ਨਾਂ ਜਿਹੜੀਆਂ ਬਣਦੀਆਂ ਅੱਜ ਕੱਲ, ਜਿੱਥੇ ਨਵੇਂ ਮੁੰਡੇ ਵਿਆਹ ਕਰਾਉਣ ਤੋਂ ਪਹਿਲਾਂ ਪ੍ਰੀ ਵੈਡਿੰਗ ਸ਼ੂਟ ਹੁੰਦੀ ਹੈ, ਵੱਖ-ਵੱਖ ਤਰ੍ਹਾਂ ਦੇ ਗਾਣੇ ਸ਼ੂਟ ਕੀਤੇ ਜਾਂਦੇ ਇਹਨਾਂ ਲੋਕੇਸ਼ਨਾਂ ਦੇ ਉੱਤੇ। ਕਾਫੀ ਖਰਚਾ ਹੁੰਦਾ ਹੈ। ਲੋਕੇਸ਼ਨ ਤਿਆਰ ਹੁੰਦੀ ਹੈ ਜਦੋਂ, ਤਾਂ ਇਹ ਦੇਖੋ ਕੱਚੇ ਘਰ, ਮਿੱਟੀ ਦੇ, ਪੁਰਾਣੀਆਂ ਹਵੇਲੀਆਂ, ਵੱਖ-ਵੱਖ ਤਰ੍ਹਾਂ ਦੀਆਂ ਐਸੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਜਿਹਦੇ ਨਾਲ ਫੋਟੋਗ੍ਰਾਫਰੀ ਵਧੀਆ ਹੁੰਦੀ ਹੈ। ਤੇ ਜਿਹੜੇ ਵੀ ਨਵੇਂ ਵਿਆਹੇ ਜੋੜੇ ਆ ਉਹ ਇੱਥੇ ਪਹੁੰਚਦੇ ਨੇ, ਲੋਕੇਸ਼ਨਾਂ ਸ਼ੂਟ ਹੁੰਦੀਆਂ, ਦੂਰੋਂ ਦੂਰੋਂ ਪਹੁੰਚਦੇ ਨੇ। ਪਰ ਜਿਹੜੀ ਵਿਆਹ ਸ਼ਾਦੀ ਲੋਕਡਾਊਨ ਦੇ ਦੌਰਾਨ ਜਿਹੜੇ ਸਿੰਪਲ ਤਰੀਕੇ ਨਾਲ ਵਿਆਹ ਹੋਏ ਆ, ਉਹਨਾਂ ਨਾਲ ਇਹ ਜਗ੍ਹਾ ਦੇ ਉੱਤੇ ਸਨਾਟਾ, ਲੋਕੇਸ਼ਨਾਂ ਤੇ ਸਨਾਟਾ ਛਾਇਆ ਹੋਇਆ। ਜਿਹੜੇ ਕੰਮ ਕਰਦੇ ਨੇ ਉਹ ਲੇਬਰ, ਉਹ ਵੀ ਇੱਥੋਂ ਕੰਮ ਛੱਡ ਕੇ ਜਾ ਚੁੱਕੀ ਹੈ। ਜਿਹੜੇ ਇੱਕਾ ਦੁੱਕਾ ਬਚੇ ਨੇ, ਉਹਨਾਂ ਦੇ ਖਰਚੇ ਵੀ ਮਾਲਕਾਂ ਨੂੰ ਚੱਕਣੇ ਪੈ ਰਹੇ, ਵੱਡੀ ਮੁਸ਼ਕਲਾਂ ਦੇ ਵਿੱਚ ਨੇ। ਤਾਂ ਇਹ ਜਿਹੜੀਆਂ ਲੋਕੇਸ਼ਨਾਂ ਬਠਿੰਡਾ ਦੇ ਤਮਾਮ ਇਲਾਕੇ 'ਚ ਬਣੀਆਂ ਹੋਈਆਂ, ਤਾਂ ਇੱਕ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਸੰਕਟ ਦੀ ਘੜੀ ਇਹਨਾਂ ਵਾਸਤੇ ਹੈ। ਬੇਸ਼ੱਕ 50 ਬੰਦੇ ਵਿਆਹ ਤੇ ਜਾ ਸਕਦੇ ਆ, ਪਰ ਲੋਕੇਸ਼ਨਾਂ ਤੇ ਜਿਹੜਾ ਸ਼ੂਟ ਆ ਉਹ ਹਜੇ ਤੱਕ ਸ਼ੁਰੂ ਨਹੀਂ ਹੋਇਆ। ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਵੱਡੀ ਦਿੱਕਤ ਹੋ ਰਹੀ ਆ। ਤੇ ਇਹਨਾਂ ਲੋਕੇਸ਼ਨਾਂ ਬਾਰੇ ਹੀ ਸਾਡੇ ਨਾਲ ਗੱਲ ਕਰਦੇ ਆ। ਸਾਡੇ ਨਾਲ ਜਿਹੜੇ ਮਾਲਕ ਨੇ ਇੱਥੋਂ ਦੇ, ਰਾਜ, ਉਹਨਾਂ ਨਾਲ ਗੱਲ ਕਰਦੇ ਆ। ਲੋਕੇਸ਼ਨ ਦੇ ਉੱਤੇ ਜਿਹੜੇ ਸ਼ੂਟ ਚੱਲਦੇ ਸੀ, ਪਹਿਲਾਂ ਰੌਣਕ ਬਹੁਤ ਹੁੰਦੀ ਸੀ। ਕਰੋਨਾ ਮਹਾਮਾਰੀ ਨੇ ਲੱਗਦਾ ਤੁਹਾਨੂੰ ਜਾਮ ਕਰਤਾ, ਚੱਕਾ ਸਾਰਾ ਇਹਨੇ ਰੋਕਿਆ ਹੋਇਆ। ਕਿੰਨਾ ਵੱਡਾ ਨੁਕਸਾਨ ਆਇਆ ਇਸ ਲਾਕਡਾਊਨ ਦਾ? ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਕਰੋਨਾ ਮਹਾਮਾਰੀ ਫੈਲੀ ਹੋਈ ਹੈ, ਇਹਦੇ ਕਰਕੇ ਸਾਰੇ ਕਾਰੋਬਾਰ ਬਹੁਤ ਜ਼ਿਆਦਾ ਠੱਪ ਹੈ। ਪਰ ਜਿਹੜਾ ਮੇਨ ਕੰਮ ਹੈ ਉਹ ਸਾਰਾ ਹੀ ਵਿਆਹਾਂ ਤੋਂ ਤੁਰਦਾ ਹੈ। ਜੇਕਰ ਵਿਆਹਾਂ ਦੇ ਵਿੱਚ ਜਿਵੇਂ ਪੈਲਸ ਨਹੀਂ ਖੁੱਲ੍ਹਦੇਗੇ, ਲੋਕੇਸ਼ਨਾਂ ਨਹੀਂ ਖੁੱਲ੍ਹਦੀਆਂ, ਜੇ ਵਿਆਹ ਦੇ ਵਿੱਚ ਇਕੱਠ ਨਹੀਂ ਹੁੰਦੇਗੇ, ਸਪੋਜ਼ ਕਰੋ ਇੱਕ ਵਿਆਹ ਦੇ ਵਿੱਚ 500 ਬੰਦੇ ਦੀ ਗੈਦਰਿੰਗ ਹੈ, ਤਾਂ ਉਹਦੇ ਵਿੱਚ 200 ਬੰਦਾ ਕੋਈ ਕੱਪੜਾ ਲੱਤਾ ਵੀ ਨਵਾਂ ਲੈਂਦਾ ਹੈ, ਵੇਟਰਾਂ ਨੂੰ ਵੀ ਕੰਮ ਮਿਲਦਾ, ਫਲਾਵਰ ਵਾਲਿਆਂ ਨੂੰ ਕੰਮ ਮਿਲਦਾ, ਫੋਟੋਗ੍ਰਾਫਰ ਨੂੰ ਕੰਮ ਮਿਲਦਾ, ਹਲਵਾਈ ਨੂੰ ਕੰਮ ਮਿਲਦਾ ਗਾ। ਤੇ ਇਹ ਐਸੇ ਬਹੁਤ ਜ਼ਿਆਦਾ ਲੋਕ ਹੈਗੇ ਜਿਨ੍ਹਾਂ ਨੂੰ ਕੰਮ ਮਿਲਦਾ ਗਾ। ਤੇ ਉਹਦੇ ਵਿੱਚ ਹੁਣ ਜਿਹੜੀਆਂ ਲੋਕੇਸ਼ਨਾਂ ਬਣੀ ਹੋਈਆਂ ਜਿੱਥੇ ਲੋਕ ਪ੍ਰੀ ਵੈਡਿੰਗ, ਪੋਸਟ ਵੈਡਿੰਗ ਕਰਵਾਉਣ ਲਈ ਆਉਂਦੇ ਆ, ਉਹ ਵੀ ਬਿਲਕੁਲ ਕੰਮ ਠੱਪ ਹੋ ਚੁੱਕਿਆ ਹੈ। ਪਿਛਲੇ 2.5-3 ਮਹੀਨਿਆਂ ਤੋਂ ਬਿਲਕੁਲ ਹੀ ਕੰਮ ਬੰਦ ਹੈ। ਬਹੁਤ ਮੁਸ਼ਕਿਲ ਹੋਈ ਪਈ ਹੈ। ਜਿਹੜੇ ਸਾਡੇ ਕੋਲ ਇੱਥੇ ਜਿਹੜੇ ਸਾਡੇ ਵਰਕਰ ਰੱਖੇ ਹੋਏ ਆ, ਅਸੀਂ ਉਹਨਾਂ ਦੀ ਤਨਖਾਹਾਂ ਨਹੀਂ ਰੋਕ ਸਕਦੇ, ਕਿਉਂਕਿ ਉਹਨਾਂ ਦੇ ਵੀ ਪਰਿਵਾਰ ਹੈ, ਉਹਨਾਂ ਨੇ ਵੀ ਆਪਣਾ ਖਰਚਾ ਚਲਾਉਣਾ ਹੈ। ਤਨਖਾਹਾਂ ਜਿਹੜੀ ਹੈਗੀ ਹੈ ਉਹ ਰੈਗੂਲਰ ਸਾਨੂੰ ਦੇਣੀ ਪੈ ਰਹੀ ਹੈ। ਬਿਜਲੀ ਦੇ ਬਿੱਲ ਹੈਗੇ ਹੈ, ਉਹ ਵੀ ਰੈਗੂਲਰ ਦੇਣੇ ਪੈਣੇ ਆ। ਹੋਰ ਵੀ ਬਹੁਤ ਖਰਚੇ ਹੈਗੇ ਆ ਜਿਹੜੇ ਕਿ ਰੈਗੂਲਰ ਸਾਨੂੰ ਦੇਣੇ ਪੈ ਰਹੇ ਆ। ਪਰ ਇਨਕਮ ਸੋਰਸ ਬਿਲਕੁਲ ਹੀ ਬੰਦ ਹੋ ਚੁੱਕਿਆ ਹੈ। ਇਸ ਕਰਕੇ ਸਾਡੀ ਗੁਜ਼ਾਰਿਸ਼ ਹੈ ਸਰਕਾਰ ਤੋਂ ਕਿ ਜਿਹੜੀਆਂ ਲੋਕੇਸ਼ਨਾਂ ਹੈਗੀਆਂ ਉਹਨਾਂ ਦੇ ਉੱਪਰ ਵੀ ਜਿਹੜੀ ਪ੍ਰੀ ਵੈਡਿੰਗ ਵਗੈਰਾ ਹੈਗੀ ਆ ਉਹ ਕਰਵਾਉਣ ਦਾ ਜਿਹੜਾ ਹੈਗਾ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਜਿਹੜੀਆਂ ਵੀ ਸਾਡੇ ਕੋਲ ਹਦਾਇਤਾਂ ਆਉਣਗੀਆਂ ਸਰਕਾਰ ਦੀਆਂ, ਕੋਈ ਸੈਨੀਟਾਈਜ਼ਰ ਹੈ, ਕੋਈ ਸੋਸ਼ਲ ਡਿਸਟੈਂਸਿੰਗ ਹੈ, ਅਸੀਂ ਉਹਦਾ ਜ਼ਰੂਰ ਪਾਲਣ ਕਰਾਂਗੇ। ਜਿਹੜੇ ਵਿਆਹ ਤੌਰ ਤੇ ਜਦੋਂ ਮੁੰਡੇ ਇੱਥੇ ਪਹੁੰਚਦੇ ਸੀ, ਇੱਥੇ ਕਿੰਨੇ ਕੁ ਰੋਜ਼ਾਨਾ ਗੱਲ ਕਰੀਏ ਜਾਂ ਮਹੀਨੇ ਦੇ ਵਿੱਚ ਕਿੰਨੇ ਕੁ ਫੰਕਸ਼ਨ ਇੱਥੇ ਅਟੈਂਡ ਹੁੰਦੇ ਸੀ? ਜਿਹੜੇ ਗਿਣਤੀ ਤਾਂ ਹੈ ਨਹੀਂ ਗੀ, ਫਿਰ ਵੀ ਕਦੇ ਕੋਈ 2, ਕਦੇ ਕੋਈ 4 ਕਪਲ ਇੱਥੇ ਆ ਜਾਂਦੇ ਸੀਗੇ। ਕਦੇ ਦੇ ਅਕੋਰਡਿੰਗ ਇਹ ਕੰਮ ਹੈਗਾ, ਜਦੋਂ ਤੱਕ ਵਿਆਹ ਇਹ ਸੀਜ਼ਨੇਬਲ ਕੰਮ ਹੈਗਾ। ਤਾਂ ਪਰ ਇੱਥੇ ਜੇ ਅਸੀਂ ਖਰਚਾ ਕਰ ਰਹੇ ਹਾਂ ਤਾਂ ਖਰਚਾ ਕਰਦੇ ਸੀਗੇ, ਪਰ ਹੁਣ ਕਮਾਈ ਬਿਲਕੁਲ ਰੁਕੇ ਹੀ ਚੱਲ ਰਹੇ ਨੇ। ਇੱਥੇ ਕੀ ਕੁਝ ਬਣਿਆ ਹੋਇਆ ਹੈ? ਕਾਫੀ ਅਸੀਂ ਚੀਜ਼ਾਂ ਦੇਖੀਆਂ ਮਿੱਟੀ ਦੇ, ਜਿਵੇਂ ਘਰ, ਕੀ ਕੁਝ ਬਣਿਆ ਹੋਇਆ? ਚਾਹਾਂਗੇ ਸਾਡੇ ਜਿਹੜੇ ਡੇਲੀ ਪੋਸਟ ਦੇ ਦਰਸ਼ਕ ਉਹਨਾਂ ਨੂੰ ਦਿਖਾਓ ਲੋਕੇਸ਼ਨ 'ਚ ਕੀ ਕੁਝ ਹੁੰਦਾ ਬਣਿਆ ਇੱਥੇ ਜੀ। ਜਿਵੇਂ ਪੇਂਡੂ ਕਲਚਰ, ਜਿਵੇਂ ਕਿ ਵੈਸਟਰਨ, ਟ੍ਰੈਡੀਸ਼ਨਲ, ਇਹ ਦੋਨੋਂ ਟਾਈਪ ਦੇ ਸੈੱਟ ਬਣੇ ਹੋਏ ਆ। ਜਿਵੇਂ ਅਸੀਂ ਪੇਂਡੂ ਕਲਚਰ ਪਹਿਲਾਂ ਦਾ ਜਿਹੜਾ ਮਾਹੌਲ ਹੈ ਤੋਂ 50 ਸਾਲ ਪਹਿਲਾਂ, ਅਸੀਂ ਉਹ ਇੱਥੇ ਦਿਖਾਇਆ ਗਿਆ। ਕੱਚੇ ਘਰ ਹੋ ਗਏ, ਇੱਕ ਬਾਜ਼ਾਰ ਹੋ ਗਿਆ, ਹਵੇਲੀ ਹੋ ਗਈ, ਖੂਹ ਹੋ ਗਿਆ, ਛਪਰੀ ਹੋ ਗਈ, ਐਸਾ ਕੁਝ ਅਸੀਂ ਟ੍ਰੈਡੀਸ਼ਨਲ ਜੇ ਦਿਖਾਇਆ। ਤਾਂ ਜੇ ਗੱਲ ਕਰੀਏ ਫਿਰ ਵੈਸਟਰਨ ਦੀਆਂ, ਵੈਸਟਰਨ ਦੇ ਵਿੱਚ ਆਪਾਂ ਵੀਰਵਾਰ ਹੋ ਗਿਆ, ਜਿਹੜਾ ਕਿ ਡੰਮੀ ਹੈ, ਬਿਲਕੁਲ ਖਾਲੀ ਬੋਤਲਾਂ ਨਾਲ ਵੀਰਵਾਰ ਬਣਿਆ ਹੈਗਾ। ਇੱਕ ਡੰਮੀ ਬਿਲਡਿੰਗ ਬਣੀ ਹੈ, ਉਹਨੂੰ ਆਪਾਂ ਕਦੇ ਕਾਲਜ ਬਣਾ ਸਕਦੇ ਹਾਂ, ਕਦੇ ਕੋਈ ਆਪਾਂ ਸੈਰ ਕਰਨ ਵਾਸਤੇ ਕੋਈ ਵੀ ਬਿਲਡਿੰਗ ਬਣਾ ਸਕਦੇ ਹਾਂ। ਤਾਂ ਜਿਹੜੀਆਂ ਕਸ਼ਮੀਰੀ ਹੱਟਾਂ ਹੈਗੀਆਂ, ਸਵਿਮਿੰਗ ਪੂਲ ਹੈ ਛੋਟਾ ਜਿਹਾ, ਇਸ ਟਾਈਪ ਦੀਆਂ ਕਾਫੀ ਜ਼ਿਆਦਾ ਲੋਕੇਸ਼ਨਾਂ ਬਣੀਆਂ ਹੋਈਆਂ ਜਿੱਥੇ ਫੋਟੋਗ੍ਰਾਫਰ ਆਪਣੇ ਕੰਸੈਪਟ ਦੇ ਹਿਸਾਬ ਨਾਲ ਕੰਮ ਕਰ ਸਕਦਾ ਹੈ। ਤੁਹਾਨੂੰ ਲੱਗਦਾ ਹੈ ਕਿ ਵਿਆਹ ਸ਼ਾਦੀਆਂ ਸਰਕਾਰ ਨੇ ਪਰਮਿਸ਼ਨ ਦੇ ਦਿੱਤੀ ਹੈ, 50 ਬੰਦੇ ਵਿਆਹ ਤੇ ਜਾ ਸਕਦੇ ਆ, ਪਰ ਤੁਹਾਡੇ ਨਾਲ ਕਿੰਨੇ ਕੁ ਫੋਟੋਗ੍ਰਾਫਰ ਜੁੜੇ ਹੋਏ ਸੀ ਜਿਨ੍ਹਾਂ ਦਾ ਅੱਜ ਨੁਕਸਾਨ ਭਾਰੀ ਹੋਇਆ? ਕਿਉਂਕਿ ਤੁਹਾਡਾ ਆਪਦਾ ਕੰਮ ਵੀ ਬੰਦ ਹੈ, ਜ਼ਾਹਿਰ ਤੌਰ ਤੇ ਵੀਡੀਓਗ੍ਰਾਫੀ ਵੀ ਜਿਹੜੀ ਆ ਬਹੁਤ ਘਟ ਗਈ, ਫੋਟੋਗ੍ਰਾਫੀ ਬੰਦ ਹੋ ਗਈ। ਕਿੰਨਾ ਕੁ ਨੁਕਸਾਨ ਹੈ ਜਿਹੜੇ ਫੋਟੋਗ੍ਰਾਫਰ ਤੁਹਾਡੇ ਨਾਲ ਅਟੈਚ ਨੇ? ਦੇਖੋ ਜੀ, ਅਗਰ 50 ਬੰਦਿਆਂ ਦਾ ਇਕੱਠ ਹੈ ਇੱਕ ਵਿਆਹ ਦੇ ਵਿੱਚ, ਤਾਂ ਉਹਦੇ ਵਿੱਚ ਫੋਟੋਗ੍ਰਾਫਰ ਵੀ ਮੇਰੇ ਹਿਸਾਬ ਨਾਲ ਸਿਰਫ 2 ਹੀ ਚਾਹੀਦੇ ਹੈ।
ਇੱਕ ਸਟਿਲ ਫੋਟੋਗ੍ਰਾਫਰ ਹੋ ਗਿਆ, ਇੱਕ ਵੀਡੀਓ ਫੋਟੋਗ੍ਰਾਫਰ ਹੋ ਗਿਆ। ਜੇਕਰ ਉਹੀ ਗੈਦਰਿੰਗ 500 ਤੋਂ ਲੈ ਕੇ 1000 ਬੰਦੇ ਦੀ ਹੈ, ਉਹਦੇ ਵਿੱਚ ਫੋਟੋਗ੍ਰਾਫਰ ਦੀ ਕੁਆਂਟੀਟੀ ਵੱਧ ਜਾਂਦੀ ਹੈ। 10-10 ਫੋਟੋਗ੍ਰਾਫਰ ਪਹਿਲਾਂ ਹਾਇਰ ਕੀਤੇ ਜਾਂਦੇ ਸੀਗੇ, ਇੱਕ ਫੋਟੋਗ੍ਰਾਫਰ ਹੁੰਦਾ ਸੀਗਾ, ਅੱਗੇ ਉਹ ਆਪਣੀ ਜਿਹੜੀ ਟੀਮ ਸੀਗੇ ਉਹ ਹਾਇਰ ਕਰਦੇ ਸੀਗੇ। ਉਹਦੇ 'ਚ ਬਹੁਤ ਤਰ੍ਹਾਂ ਦੀ ਫੋਟੋਗ੍ਰਾਫਰੀ ਹੈਗੀ ਹੈ ਜਿਹੜੀ ਉੱਥੇ ਯੂਜ਼ ਹੁੰਦੀ ਸੀਗੀ। ਫਿਰ ਪ੍ਰੀ ਵੈਡਿੰਗ ਵੀ ਉਸ ਇਕੱਠ ਦਾ ਹੀ ਇੱਕ ਹਿੱਸਾ ਸੀ, ਕਿਉਂਕਿ ਅਗਰ ਪ੍ਰੀ ਵੈਡਿੰਗ ਬਣਦੀ ਹੈ ਤਾਂ ਉਹ ਲੋਕਾਂ ਦੇ ਵਿੱਚ ਉੱਥੇ ਸ਼ੋਅ ਕੀਤੀ ਜਾਂਦੀ ਸੀਗੀ। ਲੋਕ ਆਪਣੇ ਸ਼ੌਂਕ ਨੂੰ ਪ੍ਰੀ ਵੈਡਿੰਗ ਕਰਵਾਉਂਦੇ ਆ, ਪਰ ਜੇ ਅੱਜ ਇਕੱਠ ਨਹੀਂ ਹੈ ਤਾਂ ਉਹ ਪ੍ਰੀ ਵੈਡਿੰਗ ਕਰਵਾਉਣ ਵੀ ਕਿਉਂ ਤੇ ਦਿਖਾਉਣ ਵੀ ਕਿਹਨੂੰ। ਇਸ ਕਰਕੇ ਜਿਹੜਾ ਇਕੱਠ ਹੈ ਇਹ ਬਹੁਤ ਜ਼ਿਆਦਾ ਥੋੜਾ ਹੈ। ਚਲੋ ਜਿਹੜੀ ਇਹ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਇਹਨੂੰ ਦੇਖਦੇ ਹੋਏ 50 ਬੰਦੇ ਇਕੱਠ ਕੀਤਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਸਾਰਾ ਬਿਜ਼ਨਸ ਹੈ ਉਹ ਵਿਆਹ ਦੇ ਇਕੱਠ ਨਾਲ ਹੀ ਜੁੜਿਆ ਹੋਇਆ ਹੈਗਾ। ਤੇ ਤੁਹਾਨੂੰ ਲੱਗਦਾ ਕਿ ਜੇਕਰ ਇਹ ਲੋਕੇਸ਼ਨਾਂ ਦੀ ਪਰਮਿਸ਼ਨ ਆਉਂਦੀ ਹੈ ਤਾਂ ਤੁਹਾਡਾ ਕਾਰੋਬਾਰ ਚੱਲ ਸਕਦਾ? ਜਿਵੇਂ ਸ਼ੂਟਿੰਗ ਦੀ ਸਰਕਾਰ ਪਰਮਿਸ਼ਨ ਦਿੰਦੀ ਹੈ, ਲੋਕੇਸ਼ਨਾਂ ਓਪਨ ਹੁੰਦੀਆਂ, ਕਿਉਂਕਿ ਰੈਸਟੋਰੈਂਟ ਵੀ ਖੁੱਲ ਗਏ ਆ, ਤੁਹਾਡੀ ਹਜੇ ਤੱਕ ਪਰਮਿਸ਼ਨ ਆਈ ਨਹੀਂ ਕੋਈ। ਹਾਂਜੀ, ਜੇਕਰ ਲੋਕੇਸ਼ਨਾਂ ਦੀ ਪਰਮਿਸ਼ਨ ਆਉਂਦੀ ਹੈ ਤਾਂ ਫੋਟੋਗ੍ਰਾਫਰਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਹੈ। ਜਿਵੇਂ ਕਿ ਅਗਰ ਆਪਾਂ ਇਹ ਬਠਿੰਡੇ ਲੋਕੇਸ਼ਨ ਬਣੀ ਹੈ, ਅਗਰ ਬਠਿੰਡੇ ਦੇ ਫੋਟੋਗ੍ਰਾਫਰ ਹੀ ਆਉਂਦੇ ਆ ਤਾਂ ਕੋਈ ਜ਼ਿਆਦਾ ਬਿਜ਼ਨਸ ਨਹੀਂ ਹੈ। ਅਗਰ ਦੂਰੋਂ ਨੇੜਿਓਂ ਕੋਈ ਫੋਟੋਗ੍ਰਾਫਰ ਹੋਰ ਆਉਂਦੇ ਆ, ਸਾਡੇ ਕੋਲ ਪਰਮਿਸ਼ਨ ਹੈਗੀ ਹੈ ਵੀ ਤੁਸੀਂ ਇੱਥੇ ਪ੍ਰੀ ਵੈਡਿੰਗ ਕਰਵਾ ਸਕਦੇ ਹੋ, ਤਾਂ ਉਹਨਾਂ ਨੂੰ ਵੀ ਕੋਈ ਡਰ ਨਹੀਂ ਹੋਣਾ। ਕਿਉਂਕਿ ਇੱਥੇ ਅਸੀਂ ਅਗਰ ਕਿਸੇ ਨੂੰ ਕਹਿੰਦੇ ਆ ਵੀ ਪ੍ਰੀ ਵੈਡਿੰਗ ਤੁਸੀਂ ਕਰ ਸਕਦੇ ਹੋ ਤਾਂ ਉਹ ਸਾਨੂੰ ਪੁੱਛਦੇ ਆ ਵੀ ਤੁਹਾਡੇ ਕੋਲ ਤੁਹਾਡੀ ਜਗ੍ਹਾ ਦੀ ਜਿਹੜੀ ਪਰਮਿਸ਼ਨ ਹੈਗੀ ਹੈ ਵੀ ਅਸੀਂ ਇੱਥੇ ਪ੍ਰੀ ਵੈਡਿੰਗ ਕਰ ਸਕਦੇ ਹਾਂ। ਬਾਈ ਚਾਂਸ ਕੋਈ ਕੱਲ ਨੂੰ ਕੋਈ ਆ ਕੇ ਇੱਥੇ ਸਰਕਾਰੀ ਕਰਮਚਾਰੀ ਸਾਨੂੰ ਰੋਕ ਦੇਣ ਤਾਂ ਇਸ ਕਰਕੇ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਵਿਦਆਊਟ ਪਰਮਿਸ਼ਨ ਕੋਈ ਕੰਮ ਨਹੀਂ ਕਰ ਰਹੇ ਹਾਂ। ਇੱਕ ਚੀਜ਼ ਹੋਰ ਅਸੀਂ ਜਾਣਨਾ ਚਾਹਾਂਗੇ, ਜਿਹੜੇ ਤੁਹਾਡੇ ਨੇਬਰ ਦੇ ਬੰਦੇ ਕੰਮ ਕਰਦੇ ਸੀ ਜਾਂ ਕੋਈ ਝਾੜੂ ਵਾਲਾ ਜਾਂ ਉਹ, ਉਹਨਾਂ ਦਾ ਫਿਰ ਗੁਜ਼ਾਰਾ ਕਿਵੇਂ? ਦੇਖੋ ਜੀ, ਇੱਥੇ ਜਗ੍ਹਾ ਹੈਗੀ, ਉਹਦੀ ਸਾਫ਼ ਸਫਾਈ ਤਾਂ ਸਾਨੂੰ ਚਾਹੀਦੀ ਸੀਗੀ। ਜਿੰਨਾ ਵੀ ਉਹ ਆਂਦੇ ਸੀਗੇ ਅਸੀਂ ਉਹਨਾਂ ਨੂੰ, ਕਿਉਂਕਿ ਉਹ ਸਾਡੇ ਬਹੁਤ ਪੁਰਾਣੇ ਵਰਕਰ ਹੈ, ਅਸੀਂ ਨਹੀਂ ਚਾਹੁੰਦੇ ਜਿਹੜੀ ਮੁਸ਼ਕਿਲ ਦੀ ਘੜੀ ਹੈ ਅਸੀਂ ਸਾਡੇ ਵਰਕਰ ਨੂੰ ਹਟਾਈ। ਅਸੀਂ ਉਹਨਾਂ ਨੂੰ ਹਟਾਇਆ ਨਹੀਂ, ਪਰ ਸਾਨੂੰ ਖਰਚਾ ਦੇਣਾ ਬਹੁਤ, ਕਿਉਂਕਿ ਇਨਕਮ ਬਿਲਕੁਲ ਵੀ ਹੈ ਨਹੀਂ, ਖਰਚੇ ਸਾਰੇ ਹੀ ਉੱਥੇ ਹੈ। ਅਗਰ ਅੱਜ ਅਸੀਂ ਇਸ ਮੁਸ਼ਕਿਲ ਦੀ ਘੜੀ 'ਚ ਉਹਨਾਂ ਨੂੰ ਹਟਾ ਦਿੰਦੇ ਹਾਂ, ਕੱਲ ਨੂੰ ਲੋਕਡਾਊਨ ਖੁੱਲ ਜਾਂਦਾ ਹੈਗਾ ਤਾਂ ਫਿਰ ਸਾਨੂੰ ਵਰਕਰ ਨਹੀਂ ਮਿਲਣਾ। ਇਸ ਕਰਕੇ ਵਰਕਰ ਸਾਡੇ ਉੱਥੇ ਹੀ ਹੈ ਤੇ ਇਨਕਮ ਸੋਰਸ ਹੈ ਨਹੀਂਗਾ, ਖਰਚੇ ਸਾਰੇ ਪਏ ਆ। ਇਸ ਕਰਕੇ ਸਾਨੂੰ ਸਰਕਾਰ ਤੋਂ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਜਿਹੜੀਆਂ ਲੋਕੇਸ਼ਨਾਂ ਹੈਗੀਆਂ, ਜਿੰਨੀ ਵੀ ਲੋਕੇਸ਼ਨਾਂ ਬਣੀ ਹੋਈ ਹੈ, ਸਾਨੂੰ ਉੱਥੇ ਪ੍ਰੀ ਵੈਡਿੰਗ ਸ਼ੂਟ ਦੀ ਤੇ ਕੋਈ ਮੈਰਿਜ ਦਾ ਕੋਈ ਵੀ ਫੰਕਸ਼ਨ ਹੈਗਾ ਉਹ ਸਾਨੂੰ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਲੱਗਦਾ ਕਿ ਜੇਕਰ ਇਹ ਲੋਕਡਾਊਨ ਹਜੇ ਚੱਲਦਾ ਪਿਆ, ਬੇਸ਼ੱਕ ਖੁੱਲ ਗਏ, ਕਈ ਚੀਜ਼ਾਂ ਖੋਲ ਦਿੱਤੀਆਂ ਗਈਆਂ, ਅਨਲੌਕ ਦਾ ਫੇਸ ਚੱਲਦਾ ਪਿਆ, ਜੇ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ 1 ਮਹੀਨੇ ਤੱਕ ਨਹੀਂ ਕੰਮ ਚੱਲਦਾ, ਕਿੱਡਾ ਵੱਡਾ ਲਾਸ ਹੋ? ਇਹਦੇ ਵਿੱਚ ਹੀ ਦੇਖੋ ਬਹੁਤ ਵੱਡਾ ਲਾਸ ਹੈ, ਸਾਰੇ ਦੇਸ਼ ਦਾ ਹੀ ਲਾਸ ਹੈ। ਮੈਂ ਆਪਣੇ ਬਿਜ਼ਨਸ ਦੀ ਗੱਲ ਨਹੀਂ ਕਰਦਾ ਗਾ। ਜੇਕਰ ਬਿਜ਼ਨਸ ਨਾ ਹੋਏ ਤੇ ਖਰਚੇ ਉਹੀ ਪਏ ਗਏ ਸਾਰੇ, ਕੋਈ ਬਿਜਲੀ ਹੈ, ਕੋਈ ਸਕੂਲ ਦੀ ਫੀਸਾਂ ਹੈ, ਕੋਈ ਵਰਕਰ ਦੀ ਤਨਖਾਹ ਹੈਗੀ ਆ, ਕੋਈ ਜਿਹਦੇ ਕੋਲ ਜਗ੍ਹਾ ਰੈਂਟ ਤੇ ਹੈਗੀ ਹੈ ਉਸ ਜਗ੍ਹਾ ਦਾ ਰੈਂਟ ਹੈ, ਉਹ ਸਾਰੇ ਖਰਚੇ ਉੱਥੇ ਹੀ ਹੈ। ਪਰ ਇਨਕਮ ਬਿਲਕੁਲ ਬੰਦ ਹੋ ਚੁੱਕੀ ਹੈ। ਜੇਕਰ ਇਹ ਹੋਰ ਲੰਬਾ ਟਾਈਮ ਚੱਲਿਆ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਹੈ ਲੋਕਾਂ ਦੇ ਲਈ। ਆਪਣੇ ਬੱਚੇ ਪਾਲਣੇ ਤੇ ਆਪਣੇ ਜਿਹੜੇ ਵਰਕਰ ਹੈਗੇ ਆ ਮਜਬੂਰਨ ਉਹਨੂੰ ਹਟਾਉਣਾ ਪੈਣਾ। ਜੇਕਰ ਉਹ ਹਟ ਜਾਂਦੇ ਆ ਤਾਂ ਉਹਨਾਂ ਦੇ ਬੱਚਿਆਂ ਦੀ ਬਹੁਤ ਮੁਸ਼ਕਿਲ ਹੋ ਜਾਏਗੀ। ਸਰਕਾਰ ਨੂੰ ਤੁਹਾਨੂੰ ਲੱਗਦਾ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ, ਕੋਈ ਨਾ ਕੋਈ ਜਲਦੀ ਕੋਈ ਫੈਸਲਾ ਕਰੇ ਸਰਕਾਰ ਇਹਦੇ ਬਾਰੇ? ਬਿਲਕੁਲ ਕਰਨਾ ਚਾਹੀਦਾ ਜੀ, ਸਰਕਾਰ ਨੂੰ ਜ਼ਰੂਰ ਫੈਸਲਾ ਕਰਨਾ ਚਾਹੀਦਾ ਹੈ। ਲੋਕਾਂ ਨੂੰ, ਜਿਹੜੇ ਆਮ ਲੋਕ ਹੈਗੇ ਉਹਨਾਂ ਨੂੰ ਨਿਗਾਹ ਦੇ ਵਿੱਚ ਰੱਖਦੇ ਹੋਏ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਸਾਰੇ ਜਿਹੜੇ ਖਰਚੇ ਹੈਗੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੋਕਾਂ ਲਈ ਸੋਚਣਾ ਚਾਹੀਦਾ ਹੈਗਾ। ਕਿਉਂਕਿ ਇਹ ਤਾਂ ਹਾਲੇ ਤੱਕ ਕਰੋਨਾ ਮਹਾਮਾਰੀ ਫੈਲੀ ਹੋਈ ਹੈ। ਮੈਨੂੰ ਲੱਗਦਾ ਹੈ ਜੇਕਰ ਇਹ ਲੰਬੀ ਚੱਲ ਗਈ, ਹੋਰ ਮਹੀਨੇ 2 ਮਹੀਨੇ ਚੱਲ ਗਈ, ਤਾਂ ਉਹਦੇ ਵਿੱਚ ਲੋਕਾਂ ਨੂੰ ਇੱਕ ਬਿਮਾਰੀ ਹੋਰ ਦਾ ਸਾਹਮਣਾ ਕਰਨਾ ਪੈ ਜਾਣਾ ਹੈਗਾ, ਉਹ ਹੈ ਡਿਪਰੈਸ਼ਨ। ਜੇਕਰ ਮਾਲਕ ਵਰਕਰ ਨੂੰ ਤਨਖਾਹ ਦਿੰਦਾ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਖਰਚਾ ਪੈ ਰਿਹਾ, ਮਾਲਕ ਡਿਪਰੈਸ਼ਨ 'ਚ ਚਲਾ ਜਾਏਗਾ। ਜੇਕਰ ਮਾਲਕ ਨੇ ਸਾਰੇ ਵਰਕਰ ਹਟਾਤੇ ਤੇ ਉਹਨਾਂ ਦਾ ਘਰ ਦਾ ਖਰਚਾ ਨਾ ਚੱਲਿਆ ਤਾਂ ਉਹਨਾਂ ਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਣਾ, ਜਾਂ ਤਾਂ ਵਰਕਰ ਨੂੰ ਕਰਨਾ ਪੈਣਾ ਜਾਂ ਮਾਲਕ ਨੂੰ ਕਰਨਾ ਪੈਣਾ। ਪਰ ਇਹ ਪ੍ਰੋਬਲਮ ਆਉਣ ਵਾਲੇ ਟਾਈਮ ਤੇ ਡਿਪਰੈਸ਼ਨ ਦੀ ਆਏਗੀ ਜ਼ਰੂਰ। ਜੀ ਬਿਲਕੁਲ, ਕਾਰੋਬਾਰ ਚੱਲਣੇ ਬਹੁਤ ਜ਼ਰੂਰੀ ਹੈਗੇ। ਬੇਸ਼ੱਕ ਸਰਕਾਰ ਨੇ ਜਿਹੜਾ ਅਨਲੌਕ ਫੇਸ ਚਲਾਇਆ ਹੋਇਆ, ਅਨਲੌਕ ਦੇ ਵਿੱਚ ਕਾਫੀ ਸਹੂਲਤਾਂ ਦਿੱਤੀਆਂ, ਪਰ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਇਕੱਠ ਹੁੰਦਾ ਸੀ ਉਹ ਕਿਤੇ ਨਾ ਕਿਤੇ ਉਸ ਤੇ ਰੋਕ ਹੈ। ਪਰ ਜਿਹੜੀ ਪ੍ਰੀ ਵੈਡਿੰਗ ਹੁੰਦੀ ਸੀ, ਜਿਹੜੇ ਸੈੱਟ ਲੱਗੇ ਹੋਇਆ, ਕਾਫੀ ਲੱਖਾਂ ਰੁਪਏ ਦਾ ਇੱਥੇ ਖਰਚਾ ਕੀਤਾ ਜਾਂਦਾ ਹੈ। ਪੁਰਾਣੇ ਟ੍ਰੈਡੀਸ਼ਨ ਪੰਜਾਬ ਦਾ ਜਾਂ ਸੱਭਿਆਚਾਰ ਹੋਵੇ ਜਾਂ ਹੋਰ ਕਈ ਤਰ੍ਹਾਂ ਦੇ ਘਰ, ਪੁਰਾਣੇ ਖੂਹ, ਗਲੀਆਂ, ਹਵੇਲੀਆਂ, ਇਹ ਚੀਜ਼ਾਂ ਤਿਆਰ ਕਰਨ ਵਾਸਤੇ ਡੰਮੀ ਚੀਜ਼ਾਂ ਹੁੰਦੀਆਂ ਤਾਂ ਬਹੁਤ ਖਰਚਾ ਹੁੰਦਾ। ਇਸ ਕਰਕੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੀ ਹਦਾਇਤਾਂ ਕਰਦੇ ਆ, ਕਿਉਂਕਿ ਇਹਨਾਂ ਲੋਕੇਸ਼ਨਾਂ ਦੇ ਇਲਾਵਾ ਜੇਕਰ ਹੋਰ ਵੀ ਕੰਮ ਗੱਲ ਕਰੀਏ ਦੂਜੇ ਬਿਜ਼ਨਸ ਵਾਲਿਆਂ ਦੇ, ਤਾਂ ਖਰਚੇ ਲਗਾਤਾਰ ਉਸੇ ਤਰੀਕੇ ਨਾਲ ਹੋ ਰਹੇ, ਪਰ ਕਾਰੋਬਾਰ ਹਜੇ ਨਹੀਂ ਚੱਲੇ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਇਹ ਲੋਕੇਸ਼ਨਾਂ ਜਿਹੜੀਆਂ ਬੰਦ ਪਈਆਂ, ਜਿੱਥੇ ਆ ਸਨਾਟਾ ਹੈਗਾ ਤੇ ਸੈਂਕੜੇ ਪਰਿਵਾਰ ਇਹਨਾਂ ਨਾਲ ਜੁੜੇ ਹੋਏ, ਤਾਂ ਉਹਨਾਂ ਦਾ ਵੀ ਰੋਜ਼ਗਾਰ ਦਾ ਕੋਈ ਨਾ ਕੋਈ ਪ੍ਰਬੰਧ ਹੋ ਸਕੇ।
ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।